ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਿਚਾਰ ਕਰਾਂਗੇ ਬਾਬਾ ਬੁੱਢਾ ਜੀ ਬਾਰੇ। ਬਾਬਾ ਬੁੱਢਾ ਜੀ ਮਹਾਨ ਸ਼ਖਸੀਅਤ ਹੋਏ ਹਨ, ਗੁਰੂ ਘਰ ਦੇ ਵਿੱਚ ਮਹਾਨ ਹਸਤੀ ਹੋਏ ਹਨ। ਬਾਬਾ ਬੁੱਢਾ ਜੀ ਦਾ ਨਾਮ ਗੁਰੂ ਕਾਲ ਦੇ ਮਹਾਨ ਤੇ ਉੱਘੇ ਗੁਰਸਿੱਖਾਂ ਦੇ ਵਿੱਚ ਆਉਂਦਾ ਹੈ। ਬਾਬਾ ਬੁੱਢਾ ਜੀ ਦਾ ਜਨਮ ਪਿਤਾ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ 7 ਕੱਤਕ ਸੰਮਤ 1563 ਨੂੰ ਪਿੰਡ ਕੱਥੂ ਨੰਗਲ ਵਿਖੇ ਹੋਇਆ, ਜਿਹੜਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ। ਮਾਤਾ ਪਿਤਾ ਨੇ ਪਹਿਲਾ ਜੋ ਨਾਮ ਰੱਖਿਆ, ਬਾਲਕ ਦਾ ਨਾਮ ਰੱਖਿਆ ਬੂੜਾ। ਸੰਮਤ 1575 ਦੇ ਵਿੱਚ ਜਗਤ ਤਾਰਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੱਚ ਧਰਮ ਦਾ ਉਪਦੇਸ਼ ਦਿੰਦੇ ਹੋਏ ਸੰਸਾਰ ਦਾ ਉਧਾਰ ਕਰਦੇ ਕੱਥੂ ਨੰਗਲ ਦੀ ਜੂਹ ਵਿਖੇ ਆਏ, ਜੋ ਬਾਬਾ ਬੁੱਢਾ ਜੀ ਦਾ ਜਨਮ ਪਿੰਡ ਹੈ, ਜੱਦੀ ਪਿੰਡ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪਿੰਡ ਦੀ ਜੂਹ ਵਿੱਚ ਆ ਕੇ ਉਹਨਾਂ ਨੇ ਡੇਰਾ ਲਾਇਆ ਤੇ ਉਦੋਂ ਬੂੜਾ ਜੀ ਦੀ ਉਮਰ ਕੇਵਲ 12-13 ਸਾਲ ਦੀ ਸੀ। ਆਪਣੇ ਖੇਤਾਂ ਵਿੱਚ ਕੰਮ ਕਰਦੇ ਸਨ, ਪਸ਼ੂ ਚਾਰਦੇ ਸਨ ਤੇ ਉਹਨਾਂ ਦੇ ਮਨ ਦੇ ਵਿੱਚ ਸੰਗਤ ਕਰਨ ਦਾ ਚਾਅ ਸੀ। ਰੱਬੀ ਕੁਦਰਤੀ ਕਈ ਵਾਰ ਸੰਸਕਾਰ ਹੁੰਦੇ ਹਨ। ਸਿਆਣੇ ਕਹਿੰਦੇ ਹਨ ਕਿ ਬੱਚੇ ਦੀ ਹੋਣਹਾਰਤਾ ਪੰਘੂੜੇ ਤੋਂ ਲਿਸ਼ਕਾਂ ਮਾਰਦੀ ਹੈ। ਸਿਆਣੇ ਬੰਦੇ ਬੱਚੇ ਦੇ ਪੰਘੂੜੇ ਤੋਂ, ਬੱਚੇ ਦੇ ਛੋਟੇ ਹੁੰਦਿਆਂ ਆਦਤਾਂ ਤੋਂ ਹੀ ਅੰਦਾਜ਼ਾ ਲਾ ਲੈਂਦੇ ਹਨ ਕਿ ਕਿੰਨਾ ਮਹਾਨ ਹੋਵੇਗਾ। ਸੋ ਬਾਬਾ ਬੁੱਢਾ ਜੀ ਬਚਪਨ ਵਿੱਚ, ਜਿਨ੍ਹਾਂ ਦਾ ਨਾਮ ਬੂੜਾ ਜੀ ਹੈ, ਬੂੜਾ ਜੀ 12-13 ਸਾਲ ਦੀ ਉਮਰ ਤੋਂ ਧਾਰਮਿਕ ਰੁਚੀ ਰੱਖਦੇ ਸਨ। ਉਹਨਾਂ ਦੇ ਮਨ ਵਿੱਚ ਸਿੱਖਣ ਦੀ ਭਾਵਨਾ ਸੀ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਉੱਥੇ ਕੀਰਤਨ ਕੀਤਾ, ਉਪਦੇਸ਼ ਦਿੱਤਾ, ਉਹਨਾਂ ਦੇ ਆਸ-ਪਾਸ ਸੰਗਤ ਜੁੜੀ ਤੇ ਉਸ ਸੰਗਤ ਵਿੱਚ ਸਭ ਤੋਂ ਪਹਿਲਾਂ ਕੱਥੂ ਨੰਗਲ ਦੇ ਰਹਿਣ ਵਾਲੇ ਇਹ ਬਾਲਕ ਬੂੜਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ। ਆ ਕੇ ਸਤਿਗੁਰ ਜੀ ਦੇ ਦੀਦਾਰ ਕੀਤੇ, ਜਲ ਪਾਣੀ ਦੀ ਸੇਵਾ ਕੀਤੀ, ਫਿਰ ਸੰਗਤ ਕੀਤੀ, ਬੜੇ ਪਿਆਰ ਦੇ ਨਾਲ ਉਪਦੇਸ਼ ਸੁਣਿਆ ਤੇ ਕੁਝ ਜੀਵਨ ਨੂੰ ਲੈ ਕੇ, ਜ਼ਿੰਦਗੀ ਨੂੰ ਲੈ ਕੇ ਧਾਰਮਿਕ ਪ੍ਰਸ਼ਨ, ਧਾਰਮਿਕ ਸਵਾਲ ਵੀ ਬੂੜਾ ਜੀ ਨੇ ਪੁੱਛੇ। ਇਹ ਜਾਣਨ ਦੀ ਇੱਛਾ ਕਰਕੇ, ਜਗਿਆਸੂ ਬਣ ਕੇ ਜਾਣਕਾਰੀ ਲੈਣ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬੂੜਾ ਜੀ ਨੇ ਵਿਚਾਰ ਕੀਤੀ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਹੇ ਬਾਲਕ, ਤੇਰਾ ਨਾਮ ਬੂੜਾ ਹੈ, ਪਰ ਤੇਰੀ ਜੋ ਵਿਚਾਰ ਹੈ, ਜੋ ਤੇਰੀ ਗੱਲਬਾਤ ਹੈ, ਵੱਡਿਆਂ ਵਰਗੀ ਹੈ, ਬਜ਼ੁਰਗਾਂ ਵਰਗੀ ਹੈ। ਉਸ ਤੋਂ ਫਿਰ ਉੱਥੋਂ ਉਹਨਾਂ ਦਾ ਨਾਮ ਬੂੜੇ ਤੋਂ ਬੁੱਢਾ ਪੈ ਗਿਆ ਵੀ ਇਹ ਬਜ਼ੁਰਗਾਂ ਵਾਲੀ ਅਕਲ ਰੱਖਦੇ ਹਨ, ਬਜ਼ੁਰਗਾਂ ਵਾਂਗ ਸਿਆਣੀਆਂ ਗੱਲਾਂ ਕਰਦੇ ਹਨ। ਉਹਨਾਂ ਦਾ ਨਾਮ ਬੂੜਾ ਜੀ ਤੋਂ ਬੁੱਢਾ ਜੀ ਪ੍ਰਸਿੱਧ ਹੋਇਆ। ਫਿਰ ਸਮੇਂ-ਸਮੇਂ 'ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਦੇ ਰਹੇ। ਕਰਤਾਰਪੁਰ ਵਿਖੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜ਼ਿੰਦਗੀ ਦੇ ਅਖੀਰਲੇ 18 ਸਾਲ ਰਹੇ। ਫਿਰ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ ਸਨ। ਤਾਂ ਫਿਰ ਗੁਰੂ ਘਰ ਦੇ ਨਾਲ ਉਸ ਦਿਨ ਤੋਂ ਸੰਬੰਧ ਬਣ ਗਿਆ, ਆਉਂਦੇ ਜਾਂਦੇ ਰਹੇ। ਫਿਰ ਕਰਤਾਰਪੁਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਨਾਲ ਰਹੇ। ਇਸ ਪ੍ਰਕਾਰ ਜਦੋਂ ਧੰਨ ਗੁਰੂ ਅੰਗਦ ਪਾਤਸ਼ਾਹ ਗੁਰਗੱਦੀ ਤੇ ਸੁਭਾਏਮਨ ਹੋਏ ਤੇ ਬਾਬਾ ਬੁੱਢਾ ਜੀ ਖਡੂਰ ਸਾਹਿਬ ਵਿਖੇ ਆ ਗਏ। ਇੱਥੇ ਗੁਰੂ ਘਰ ਦੀ ਸ਼ਰਨ ਵਿੱਚ ਰਹੇ, ਲਗਾਤਾਰ ਸੇਵਾ ਕਰਦੇ ਰਹੇ, ਸਿੱਖੀ ਕਮਾਉਂਦੇ ਰਹੇ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਨੇ ਗੁਰੂ ਘਰ ਦੀ ਸੇਵਾ ਨਿਭਾਈ। ਲਗਾਤਾਰ ਗੁਰੂ ਘਰ ਵਿੱਚ ਰਹਿ ਕੇ ਸਿੱਖੀ ਦੀ ਸੇਵਾ ਕੀਤੀ, ਸਿੱਖੀ ਦੀ ਘਾਲਣਾ ਕਮਾਈ ਕੀਤੀ। ਔਰ ਬਾਬਾ ਬੁੱਢਾ ਜੀ ਨੂੰ ਮਾਣ ਪ੍ਰਾਪਤ ਹੈ ਕਿ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਉੱਤਰਾਧਿਕਾਰੀ ਗੁਰੂ ਥਾਪੇ ਜਾਂਦੇ ਰਹੇ
ਤੇ ਗੁਰਗੱਦੀ ਦੀਆਂ ਜੋ ਰਸਮਾਂ ਹੁੰਦੀਆਂ ਸਨ, ਦਸਤਾਰ ਆਦਿਕ ਦੇਣੀ, ਗੁਰਗੱਦੀ ਦੀ ਰਸਮ ਅਦਾ ਕਰਨੀ, ਤਾਂ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਬਾਬਾ ਬੁੱਢਾ ਜੀ ਗੁਰਤਾ ਗੱਦੀ ਦੀਆਂ ਰਸਮਾਂ ਆਪਣੇ ਹੱਥੀਂ ਅਦਾ ਕਰਦੇ ਰਹੇ। ਇਹ ਬਾਬਾ ਬੁੱਢਾ ਜੀ ਨੂੰ ਮਾਨ ਪ੍ਰਾਪਤ ਹੈ। ਫਿਰ ਝਬਾਲ ਦੇ ਲਾਗੇ ਵੀ ਅਸਥਾਨ ਹੈ ਜੋ ਬਾਬਾ ਬੁੱਢਾ ਜੀ ਦੇ ਨਾਲ ਸੰਬੰਧਿਤ ਹੈ, ਜਿਸ ਨੂੰ ਬੀੜ ਬਾਬਾ ਬੁੱਢਾ ਜੀ ਕਿਹਾ ਜਾਂਦਾ ਹੈ। ਇੱਥੇ ਗੁਰੂ ਘਰ ਦੀ ਜ਼ਮੀਨ ਸੀ, ਮਾਲ ਡੰਗਰ ਸੀ, ਤੇ ਗੁਰੂ ਘਰ ਦੇ ਵੱਲੋਂ ਬਾਬਾ ਬੁੱਢਾ ਜੀ ਇੱਥੇ ਵੀ ਨਿਗਰਾਨੀ ਕਰਦੇ ਰਹੇ, ਮੁਖੀ ਸੇਵਾਦਾਰਾਂ ਵਜੋਂ ਇੱਥੇ ਵੀ ਸੇਵਾ ਕਰਦੇ ਰਹੇ। ਫਿਰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਕੰਢੇ ਬੇਰੀਆਂ ਹਨ, ਜਿਨ੍ਹਾਂ ਦੇ ਹੇਠਾਂ ਬੈਠ ਕੇ ਬਾਬਾ ਬੁੱਢਾ ਜੀ ਸੇਵਾ ਵੀ ਕਰਵਾਉਂਦੇ ਸਨ, ਤੇ ਉਸ ਨੂੰ ਬਾਬਾ ਬੁੱਢਾ ਜੀ ਵਾਲੀ ਬੇਰ ਕਿਹਾ ਜਾਂਦਾ ਹੈ। ਇਸ ਪ੍ਰਕਾਰ ਬਹੁਤ ਸਾਰੀਆਂ ਯਾਦਗਾਰਾਂ ਤੇ ਧਾਰਮਿਕ ਸਥਾਨ ਬਾਬਾ ਬੁੱਢਾ ਜੀ ਦੇ ਨਾਲ ਸੰਬੰਧਿਤ ਹਨ। ਕੱਥੂ ਨੰਗਲ ਵਿਖੇ ਬਾਬਾ ਬੁੱਢਾ ਜੀ ਦਾ ਜਨਮ ਹੋਇਆ, ਉੱਥੇ ਜਨਮ ਸਥਾਨ ਹੈ। ਬੀੜ ਬਾਬਾ ਬੁੱਢਾ ਜੀ ਵਿਖੇ ਬਾਬਾ ਬੁੱਢਾ ਜੀ ਗੁਰੂ ਘਰ ਵੱਲੋਂ ਸੇਵਾ ਕਰਦੇ ਰਹੇ, ਇੱਥੇ ਬੀੜ ਬਾਬਾ ਬੁੱਢਾ ਜੀ ਅਸਥਾਨ ਹੈ। ਫਿਰ ਦਰਬਾਰ ਸਾਹਿਬ ਵਿਖੇ ਸੇਵਾ ਕਰਵਾਈ, ਉੱਥੇ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਬੇਰੀ ਹੈ। ਫਿਰ ਜਦੋਂ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਦਿ ਬੀੜ ਪੋਥੀ ਸਾਹਿਬ ਤਿਆਰ ਕੀਤੀ, ਬੀੜ ਦੀ ਸੰਪਾਦਨਾ ਕੀਤੀ, ਤੇ ਜਦੋਂ ਉਸ ਦਾ ਪ੍ਰਕਾਸ਼ ਕੀਤਾ ਗਿਆ ਤੇ ਸਭ ਤੋਂ ਪਹਿਲਾ ਹੁਕਮਨਾਮਾ ਗੁਰਬਾਣੀ ਦਾ ਪਾਠ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਸੁਣਾਇਆ। ਇਹ ਵੀ ਬਾਬਾ ਬੁੱਢਾ ਜੀ ਨੂੰ ਮਾਣ ਮਿਲਿਆ। ਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੇ ਵਿੱਚ ਬਾਬਾ ਬੁੱਢਾ ਜੀ ਨੇ ਸੰਸਾਰਕ ਅਤੇ ਧਾਰਮਿਕ ਸਿੱਖੀ ਦੀ ਵਿਦਿਆ ਵੀ ਪੜ੍ਹਾਈ। ਉਹਨਾਂ ਦੇ ਇਹ ਵਿਦਿਆ ਉਸਤਾਦ ਵੀ ਸਨ। ਫਿਰ ਬਾਬਾ ਬੁੱਢਾ ਜੀ ਆਪਣੀ ਅਖੀਰਲੀ ਉਮਰੇ ਰਮਦਾਸ ਆ ਕੇ ਵਸ ਗਏ ਸਨ। ਇਸ ਇਲਾਕੇ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਅਖੀਰ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਤੇ ਰਮਦਾਸ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਪੈਂਦਾ ਹੈ, ਅਜਨਾਲੇ ਵਾਲੇ ਪਾਸੇ। ਸੋ ਰਮਦਾਸ ਵਿਖੇ ਬਾਬਾ ਬੁੱਢਾ ਜੀ ਨੇ ਅਕਾਲ ਚਲਾਣਾ ਕੀਤਾ ਸੀ। ਇੱਥੇ ਬਾਬਾ ਬੁੱਢਾ ਜੀ ਨੇ ਗੁਰਪੁਰੀ ਪਿਆਨਾ ਕੀਤਾ। ਤੇ ਜਦੋਂ ਬਾਬਾ ਬੁੱਢਾ ਜੀ ਅਖੀਰਲੇ ਸਵਾਸਾਂ ਤੇ ਸਨ ਤੇ 6ਵੇਂ ਪਾਤਸ਼ਾਹ ਨੂੰ ਉਹਨਾਂ ਨੇ ਯਾਦ ਕੀਤਾ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਮਦਾਸ ਪਹੁੰਚੇ ਤੇ ਬਾਬਾ ਬੁੱਢਾ ਜੀ ਨੇ ਉਹਨਾਂ ਦੀ ਹਜ਼ੂਰੀ ਵਿੱਚ ਸਵਾਸ ਤਿਆਗੇ ਤੇ ਇੱਥੇ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਇੱਥੇ ਵੀ ਬਾਬਾ ਬੁੱਢਾ ਜੀ ਦਾ ਅਸਥਾਨ ਹੈ ਔਰ ਉਹਨਾਂ ਦੇ ਅਕਾਲ ਚਲਾਣੇ ਦੇ ਸੰਬੰਧ ਵਿੱਚ ਇੱਥੇ ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ ਔਰ ਹੁੰਮ ਹਮਾ ਕੇ ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਪਹੁੰਚਦੀਆਂ ਹਨ ਤੇ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ। ਸੋ ਬਾਬਾ ਬੁੱਢਾ ਜੀ ਮਹਾਨ ਸਿੱਖ ਹੋਏ, ਜਿਨ੍ਹਾਂ ਨੇ ਸਿੱਖੀ ਦੀ ਘਾਲਣਾ ਘਾਲੀ। ਬੜੇ ਸਿਦਕੀ ਸਿੱਖ ਸਨ, ਦ੍ਰਿੜ ਇਰਾਦੇ ਵਾਲੇ ਸਨ। ਆਪਣੇ ਸੁੱਖ ਆਰਾਮ ਤਿਆਗ ਕੇ ਲਗਾਤਾਰ ਉਹਨਾਂ ਨੇ 6 ਪਾਤਸ਼ਾਹੀਆਂ ਦੀ ਹਜ਼ੂਰੀ ਵਿੱਚ ਰਹਿ ਕੇ ਉਹਨਾਂ ਨੇ ਸਿੱਖੀ ਕਮਾਈ, ਗੁਰੂ ਘਰ ਦੀ ਸੇਵਾ ਕੀਤੀ, ਸਿੱਖੀ ਦਾ ਪ੍ਰਚਾਰ ਕੀਤਾ ਔਰ ਜ਼ਰੂਰੀ ਜੋ ਪ੍ਰਬੰਧ ਹੁੰਦੇ ਸਨ ਉਹ ਵੀ ਕਰਦੇ ਰਹੇ, ਜਿੱਥੇ ਜਿੱਥੇ ਵੀ ਪਾਤਸ਼ਾਹੀਆਂ ਵਿਚਰਦੀਆਂ ਸਨ। ਤੇ ਇਤਿਹਾਸ ਵਿੱਚ ਇਹ ਵੀ ਮਿਲਦਾ ਹੈ ਕਿ ਬਾਬਾ ਬੁੱਢਾ ਜੀ ਨੇ 6 ਪਾਤਸ਼ਾਹੀਆਂ ਦੀ ਹਜ਼ੂਰੀ ਵਿੱਚ ਸੇਵਾ ਕੀਤੀ ਔਰ 5 ਪਾਤਸ਼ਾਹੀਆਂ ਨੂੰ ਗੁਰਿਆਈ ਦੀ ਗੱਦੀ ਤੇ ਬੈਠਣ ਵੇਲੇ ਉਹਨਾਂ ਨੇ ਰਸਮਾਂ ਅਦਾ ਕੀਤੀਆਂ ਅਤੇ 8 ਪਾਤਸ਼ਾਹੀਆਂ ਦੇ ਉਹਨਾਂ ਨੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਕੀਤੇ ਹਨ, ਕਿਉਂਕਿ 6ਵੇਂ ਪਾਤਸ਼ਾਹ ਜੀ ਦੇ ਪੋਤਰੇ ਹਨ ਗੁਰੂ ਹਰ ਰਾਏ ਸਾਹਿਬ। ਉਹਨਾਂ ਦਾ ਜਨਮ ਵੀ ਬਾਬਾ ਬੁੱਢਾ ਜੀ ਦੇ ਹੁੰਦਿਆਂ ਹੋ ਚੁੱਕਾ ਸੀ ਔਰ 6ਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਹੜੇ ਸਮਾਂ ਪਾ ਕੇ ਬਾਅਦ ਵਿੱਚ ਗੁਰੂ ਬਣੇ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਬਚਪਨ ਦੇ ਵਿੱਚ ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤੇ ਹਨ। ਇਹ ਵੀ ਸਾਨੂੰ ਇਤਿਹਾਸ ਤੋਂ ਜਾਂ ਵਿਦਵਾਨਾਂ ਤੋਂ ਜਾਣਕਾਰੀ ਮਿਲਦੀ ਹੈ।
ਸੋ ਜਿਵੇਂ ਬਾਬਾ ਬੁੱਢਾ ਜੀ ਨੇ ਸਿੱਖੀ ਸਿਦਕ ਕਮਾਇਆ, ਸਾਨੂੰ ਵੀ ਲੋੜ ਹੈ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਸਿੱਖੀ ਦੇ ਨਾਲ ਜੁੜੀਏ ਔਰ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਹੋਈਏ। ਤੇ ਜਿਹੜਾ ਫਿਰ ਗੁਰੂ ਘਰ ਨੂੰ ਸਮਰਪਿਤ ਹੁੰਦਾ ਹੈ, ਧਾਰਮਿਕ ਅਸੂਲਾਂ ਦੇ ਨਾਲ, ਗੁਣਾਂ ਦੇ ਨਾਲ ਗਿਆਨ ਪ੍ਰਾਪਤ ਕਰਕੇ ਜੀਵਨ ਜਿਉਂਦਾ ਹੈ ਤੇ ਉਸ ਦਾ ਲੋਕ ਪਰਲੋਕ ਸੁਹੇਲਾ ਹੁੰਦਾ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਸੋ ਬਾਬਾ ਬੁੱਢਾ ਜੀ ਗੁਰੂ ਕਾਲ ਦੇ ਮਹਾਨ ਤੇ ਪ੍ਰਸਿੱਧ ਸਿੱਖ ਹੋਏ ਹਨ। ਸਾਨੂੰ ਲੋੜ ਹੈ ਉਹਨਾਂ ਦਾ ਜੀਵਨ ਪੜ੍ਹੀਏ, ਉਹਨਾਂ ਦੀਆਂ ਜੀਵਨ ਸਿੱਖਿਆਵਾਂ ਤੋਂ ਜਾਣੂ ਹੋਈਏ ਤੇ ਸਿੱਖੀ ਸਿਦਕ ਦੇ ਵਿੱਚ ਪਰਪੱਕ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।